ਅਜਿਹਾ ਕੀ ਹੋਇਆ ਸ਼ਿਰਡੀ ਦੇ ਵਿੱਚ ਕਿ ਇੱਕ ਸਾਈਂ ਬਾਬੇ ਦਾ ਭਗਤ ਜੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਲਗਾਉਣ ਲੱਗਿਆ ਅਤੇ ਕਿਉਂ ਸਾਈਂ ਬਾਬੇ ਨੇ ਆਪਣੇ ਭਗਤ ਨੂੰ ਹਜੂਰ ਸਾਹਿਬ ਜਾ ਕੇ ਮੱਥਾ ਟੇਕਣ ਦੇ ਲਈ ਕਿਹਾ ਤੇ ਹਜੂਰ ਸਾਹਿਬ ਜਾ ਕੇ ਸਾਈਂ ਬਾਬੇ ਦੇ ਭਗਤ ਨੇ ਜੋ ਕੀਤਾ ਉਸ ਨੂੰ ਦੇਖ ਕੇ ਸਾਰੀ ਦੁਨੀਆ ਹੈਰਾਨੀ ਦੇ ਵਿੱਚ ਪੈ ਗਈ। ਅਜਿਹਾ ਕੀ ਹੋਇਆ ਜਾਣੋ ਅੱਜ ਦੀ ਇਸ ਵੀਡੀਓ ਦੇ ਵਿੱਚ। ਪਰਮਾਤਮਾ ਕਿਸੇ ਵੀ ਰੂਪ ਦੇ ਵਿੱਚ ਇਨਸਾਨ ਦੇ ਸਾਹਮਣੇ ਆ ਜਾਂਦਾ ਹੈ। ਅਸਲ ਦੇ ਵਿੱਚ ਇਨਸਾਨ ਵੀ ਪਰਮਾਤਮਾ ਦਾ ਹੀ ਰੂਪ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਬਚਿੱਤਰ ਅਨੋਖੀ ਘਟਨਾ ਦੇ ਨਾਲ ਰੂਬਰੂ ਕਰਾਵਾਂਗੇ ਕਿ ਤੁਹਾਨੂੰ ਪਰਮਾਤਮਾ ਦੇ ਰੰਗਾਂ ਦੇ ਦਰਸ਼ਨ ਪ੍ਰਤੱਖ ਹੋ ਜਾਣਗੇ ਅਤੇ ਪਰਮਾਤਮਾ ਕਿਤੇ ਦੂਰ ਨਹੀਂ ਇਹ ਵੀ ਸਾਫ਼ ਹੋ ਜਾਵੇਗਾ। ਇਹ ਘਟਨਾ ਲੁਧਿਆਣਾ ਦੇ ਵਿੱਚ ਰਹਿੰਦੇ ਸੁਰਜੀਤ ਕੁਮਾਰ ਜੀ ਨੇ ਸਾਂਝੀ ਕੀਤੀ ਕਿ ਕਿਵੇਂ ਇੱਕ ਸਾਈਂ ਦੇ ਸੱਚੇ ਭਗਤ ਨੂੰ ਸੋਝੀ ਆਈ ਇੱਕ ਸੱਚੇ ਗੁਰਸਿੱਖ ਤੇ ਦੁੱਖ ਦਰਦ ਦੀ। ਕਿਵੇਂ ਦੂਰ ਬੈਠੇ ਇਹਨਾਂ ਦੋਨੇ ਇਨਸਾਨਾਂ ਦਾ ਮੇਲ ਹੋਇਆ ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਸੁਰਜੀਤ ਕੁਮਾਰ ਦੱਸਦੇ ਨੇ ਕਿ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਪਿਛਲੇ 50 ਸਾਲਾਂ ਤੋਂ ਰਹਿੰਦੇ ਆ ਰਹੇ ਨੇ ਤੇ ਉਹਨਾਂ ਦਾ ਕਾਰੋਬਾਰ ਕਾਫੀ ਜ਼ੋਰਾਂ ਸ਼ੋਰਾਂ ਤੇ ਹੈ। ਆਪਣੀ ਜ਼ਿੰਦਗੀ ਅਤੇ ਕਾਰੋਬਾਰ ਦੀ ਖੁਸ਼ਹਾਲੀ ਦਾ ਕਾਰਨ ਉਹ ਸਾਈਂ ਬਾਬੇ ਨੂੰ ਹੀ ਦੱਸਦੇ ਨੇ। ਸਾਈਂ ਬਾਬੇ ਦੀ ਕਿਰਪਾ ਦੇ ਨਾਲ ਹੀ ਉਹ ਗਰੀਬੀ ਚੋਂ ਉੱਠ ਕੇ ਇੱਥੇ ਇਸ ਮੁਕਾਮ ਤੱਕ ਪਹੁੰਚੇ ਸੀ। ਉਹਨਾਂ ਦਾ ਸਾਰਾ ਪਰਿਵਾਰ ਖੁਸ਼ਹਾਲ ਹੈ, ਬੱਚੇ ਬਾਹਰ ਫੌਰਨ ਦੇ ਵਿੱਚ ਸੈੱਟ ਹਨ ਅਤੇ ਇਹ ਸਭ ਕੁਝ ਸਾਈਂ ਬਾਬੇ ਦੀ ਹੀ ਕਿਰਪਾ ਮੰਨਦੇ ਨੇ। ਇਸ ਕਰਕੇ ਉਹ ਹਰ ਸਾਲ ਇੱਕ ਲੰਗਰ ਅਤੇ ਸ਼ਿਰਡੀ ਦੀ ਯਾਤਰਾ ਜ਼ਰੂਰ ਕਰਦੇ ਨੇ, ਚਾਹੇ ਜੋ ਮਰਜ਼ੀ ਹੋ ਜਾਵੇ। ਸੁਰਜੀਤ ਕੁਮਾਰ ਜੀ ਕਹਿੰਦੇ ਨੇ ਕਿ ਹਰ ਸਾਲ ਸਾਈਂ ਬਾਬਾ ਸਾਨੂੰ ਬੁਲਾ ਲੈਂਦੇ ਨੇ, ਪਰ ਇਸ ਵਾਰ ਸ਼ਾਇਦ ਸਾਈਂ ਬਾਬੇ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਂ ਪਹਿਲਾਂ ਹੀ ਟਿਕਟ ਬੁੱਕ ਕਰਵਾ ਲਈ ਸੀ ਜੋ ਕਿ ਕਨਫਰਮ ਵੀ ਹੋ ਚੁੱਕੀ ਸੀ। ਮੇਰੀ ਪਤਨੀ ਮੇਰੇ ਨਾਲ ਨਹੀਂ ਜਾਣਾ ਚਾਹੁੰਦੀ ਸੀ, ਸੋ ਮੈਂ ਆਪਣੇ ਇੱਕ ਰਿਸ਼ਤੇਦਾਰ ਦੇ ਨਾਲ ਜਾਣ ਦਾ ਪਲਾਨ ਬਣਾ ਲਿਆ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ, ਪਰ ਜਾਣ ਤੋਂ 2 ਦਿਨ ਪਹਿਲਾਂ ਹੀ ਮੇਰੇ ਸੁਪਨੇ ਦੇ ਵਿੱਚ ਸਾਈਂ ਬਾਬਾ ਨੇ ਦਰਸ਼ਨ ਦਿੱਤੇ ਤੇ ਕਿਹਾ ਕਿ ਇਸ ਵਾਰ ਮੇਰੇ ਕੋਲ ਨਾ ਆਈ। ਸੋ ਜਾਗ ਖੁੱਲੀ ਤਾਂ ਪਤਾ ਨਹੀਂ ਲੱਗ ਰਿਹਾ ਸੀ ਕਿ ਖੁਸ਼ ਹੋਵਾਂ ਜਾਂ ਫਿਰ ਉਦਾਸ, ਕਿਉਂਕਿ ਮੈਨੂੰ ਸਾਈਂ ਬਾਬਾ ਜੀ ਨੇ ਦਰਸ਼ਨ ਵੀ ਦਿੱਤੇ ਸੀ ਪਰ ਸ਼ਿਰਡੀ ਆਉਣ ਤੋਂ ਮਨਾ ਵੀ ਕਰ ਦਿੱਤਾ ਸੀ। ਕੁਝ ਵੀ ਸਮਝ ਨਾ ਲੱਗਿਆ, ਪਰ ਮੈਂ ਸੋਚਿਆ ਕਿ ਇਹ ਤਾਂ ਇੱਕ ਸੁਪਨਾ ਸੀ, ਸੋ ਇਸ ਕਰਕੇ ਮੈਂ ਇਸ ਨੂੰ ਇਗਨੋਰ ਕਰ ਦਿੱਤਾ। ਪਰ ਅਗਲੇ ਦਿਨ ਫਿਰ ਉਹੀ ਹੋਇਆ। ਸੁਪਨੇ ਦੇ ਵਿੱਚ ਸਾਈਂ ਬਾਬੇ ਨੇ ਆ ਕੇ ਕਿਹਾ ਕਿ ਸ਼ਿਰਡੀ ਨਾ ਆਈ। ਮੈਨੂੰ ਬਹੁਤ ਅਜੀਬ ਲੱਗਿਆ। ਇਸ਼ਾਰਾ ਤਾਂ ਮਿਲ ਰਿਹਾ ਸੀ ਪਰ ਸੱਚ ਮੰਨਣ ਦੇ ਵਿੱਚ ਮੁਸ਼ਕਿਲ ਹੋ ਰਹੀ ਸੀ। ਪਰ ਮੇਰੇ ਅੰਦਰ ਇੱਕ ਗੱਲ ਆ ਚੁੱਕੀ ਸੀ ਕਿ ਮੈਂ ਜ਼ਰੂਰ ਜਾਣਨਾ ਹੈ ਕਿ ਸਾਈਂ ਮੈਨੂੰ ਆਉਣ ਤੋਂ ਕਿਉਂ ਤੇ ਕਿਸ ਦੇ ਕਾਰਨ ਮਨਾ ਕਰ ਰਹੇ ਨੇ। ਕਿਤੇ ਇੱਕ ਵਹਿਮ ਦੇ ਵਿੱਚ ਹੀ ਮੈਂ ਆਪਣੀ ਯਾਤਰਾ ਨਾ ਖਰਾਬ ਕਰ ਬੈਠਾ। ਮੈਂ ਜਾਣ ਦਾ ਫੈਸਲਾ ਕੀਤਾ। ਤਿਆਰੀ ਕਰਕੇ ਲੁਧਿਆਣਾ ਸਟੇਸ਼ਨ ਤੇ ਸੱਚਖੰਡ ਐਕਸਪ੍ਰੈਸ ਦੇ ਵਿੱਚ ਬੈਠ ਗਿਆ। ਜਿਸ ਤੋਂ ਬਾਅਦ ਮੈਂ ਆਪਣੀ ਸੀਟ ਤੇ ਗਿਆ ਤਾਂ ਦੇਖਿਆ ਕਿ ਉੱਥੇ ਇੱਕ ਬਜ਼ੁਰਗ ਜੋੜਾ ਮੇਰੀ ਸੀਟ ਦੇ ਉੱਤੇ ਬੈਠਾ ਹੋਇਆ ਹੈ। ਟ੍ਰੇਨ ਹਾਲੇ ਉੱਥੇ ਰੁਕ ਕੇ ਜਾਣੀ ਸੀ। ਮੈਂ ਉਹਨਾਂ ਬਜ਼ੁਰਗ ਜੋੜੇ ਨੂੰ ਕਿਹਾ ਕਿ ਇਹ ਸਾਡੀ ਜਗ੍ਹਾ ਹੈ, ਤੁਹਾਨੂੰ ਇੱਥੋਂ ਉੱਠਣਾ ਪਵੇਗਾ। ਉਹਨਾਂ ਬਜ਼ੁਰਗ ਦੀ ਉਮਰ ਕਰੀਬ 75-80 ਸਾਲਾਂ ਦੀ ਹੋਵੇਗੀ। ਮੇਰੇ ਦਿਲ ਨੂੰ ਇੱਕ ਬੜਾ ਜ਼ੋਰਦਾਰ ਝਟਕਾ ਲੱਗਿਆ ਜਦੋਂ ਉਸ ਬਜ਼ੁਰਗ ਨੇ ਕਿਹਾ ਕਿ ਪੁੱਤ ਸਾਨੂੰ ਨਾ ਉਠਾ, ਮੈਂ ਆਪਣੇ ਗੁਰੂ ਦੇ ਕੋਲ ਜਾਣਾ ਹੈ। ਇੱਕ ਇਸ਼ਾਰਾ ਤਾਂ ਮੈਂ ਸਮਝ ਚੁੱਕਿਆ ਸੀ, ਪਰ ਮੈਂ ਉਹਨਾਂ ਨੂੰ ਪੁੱਛਿਆ ਕਿ ਬਜ਼ੁਰਗੋ ਤੁਸੀਂ ਟਿਕਟ ਨਹੀਂ ਕਰਵਾਈ? ਤਾਂ ਉਹ ਕਹਿਣ ਲੱਗੇ ਕਿ ਟਿਕਟ ਤਾਂ ਹੈ ਪਰ ਕਨਫਰਮ ਨਹੀਂ ਹੈ, ਜਾਣਾ ਵੀ ਜ਼ਰੂਰੀ ਹੈ, ਖੜ ਕੇ ਆਪਾਂ ਜਾ ਨਹੀਂ ਸਕਦੇ। ਮੈਂ ਸਾਰੀ ਗੱਲ ਜਾਣਨ ਵਾਸਤੇ ਉਹਨਾਂ ਦੇ ਕੋਲ ਬੈਠ ਗਿਆ। ਬਜ਼ੁਰਗਾਂ ਨੇ ਦੱਸਿਆ ਕਿ ਮੈਂ ਅੰਮ੍ਰਿਤਸਰ ਸਾਹਿਬ ਦੇ ਕੋਲ ਇੱਕ ਪਿੰਡ ਦਾ ਨਿਵਾਸੀ ਹਾਂ। ਮੇਰਾ ਨਾਮ ਸੁਰਜੀਤ ਸਿੰਘ ਹੈ ਤੇ ਇਹ ਮੇਰੀ ਪਤਨੀ ਹੈ ਜੋ ਕਿਸੇ ਵੀ ਵੇਲੇ ਇਸ ਦੁਨੀਆ ਨੂੰ ਛੱਡ ਸਕਦੀ ਹੈ। ਮੇਰੇ 2 ਪੁੱਤਰ ਸੀ ਜੋ ਮਰ ਚੁੱਕੇ ਨੇ। ਹੁਣ ਆਪਾਂ ਹੀ ਇੱਕ ਦੂਜੇ ਦਾ ਸਹਾਰਾ ਹਾਂ। ਮੇਰੀ ਪਤਨੀ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਹੈ ਤੇ ਉਸ ਦੀ ਇੱਕੋ ਇੱਕ ਇੱਛਾ ਹੈ ਕਿ ਉਹ ਹਜੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਆਪਣੇ ਪ੍ਰਾਣ ਤਿਆਗਣਾ ਚਾਹੁੰਦੀ ਹੈ। ਹੁਣ ਇਸੇ ਉਮਰੇ ਹੋਰ ਤਾਂ ਕੁਝ ਨਹੀਂ ਕਰ ਸਕਦਾ, ਪਰ ਆਪਣੀ ਪਤਨੀ ਦੀ ਆਖਰੀ ਇੱਛਾ ਤਾਂ ਜ਼ਰੂਰ ਪੂਰੀ ਕਰ ਸਕਦਾ ਹਾਂ, ਕਿਉਂਕਿ ਜਦੋਂ ਦੇ ਮੇਰੇ ਪੁੱਤਰਾਂ ਦੀ ਮੌਤ ਹੋਈ ਹੈ ਇਹ ਬਿਲਕੁਲ ਟੁੱਟ ਚੁੱਕੀ ਹੈ। ਟਿਕਟ ਬੁੱਕ ਕਰਾਈ ਸੀ ਪਰ ਸੀਟ ਕਨਫਰਮ ਨਹੀਂ ਹੋਈ। ਪਤਾ ਨਹੀਂ ਟਿਕਟ ਕਦੋਂ ਕਨਫਰਮ ਹੋਵੇਗੀ ਤੇ ਸ਼ਾਇਦ ਇੰਨਾ ਸਮਾਂ ਮੇਰੀ ਪਤਨੀ ਦੇ ਕੋਲ ਨਹੀਂ ਸੀ ਤੇ ਨਾ ਹੀ ਸ਼ਾਇਦ ਮੇਰੇ ਕੋਲ ਹੈ। ਗੁਰੂ ਸਾਹਿਬ ਤੇ ਅੱਗੇ ਅਰਦਾਸ ਕੀਤੀ ਕਿ ਤੁਹਾਡਾ ਭਾਣਾ ਮੰਨਦੇ ਆਏ ਹਾਂ, ਹੁਣ ਇੱਥੇ ਵੀ ਆਪਣੀ ਕਿਰਪਾ ਕਰੋ। ਇੱਕ ਵਿਸ਼ਵਾਸ ਸੀ ਤਾਂ ਮੈਂ ਬਿਨਾਂ ਕੁਝ ਸੋਚੇ ਸਮਝੇ ਟ੍ਰੇਨ ਦੇ ਵਿੱਚ ਆ ਗਿਆ ਤੇ ਆਪਣੀ ਪਤਨੀ ਨੂੰ ਵੀ ਨਾਲ ਲੈ ਆਇਆ, ਇਹ ਸੋਚ ਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਆਪੇ ਹੀ ਇੰਤਜ਼ਾਮ ਕਰ ਦੇਣਗੇ ਸਾਡੇ ਲਈ। ਮੈਂ ਉਹਨਾਂ ਦੀ ਸਾਰੀ ਗੱਲ ਸੁਣੀ ਤੇ ਹੁਣ ਤੱਕ ਮੈਂ ਸਮਝ ਚੁੱਕਿਆ ਸੀ ਕਿ ਸਾਈਂ ਬਾਬੇ ਨੇ ਕਿਉਂ ਮੈਨੂੰ ਸੁਪਨੇ ਦੇ ਵਿੱਚ ਕਿਹਾ ਸੀ ਕਿ ਸ਼ਿਰਡੀ ਨਾ ਆਈ। ਮੈਂ ਬਜ਼ੁਰਗਾਂ ਨੂੰ ਕਿਹਾ ਕਿ ਬਜ਼ੁਰਗੋ ਮੇਰਾ ਨਾਮ ਵੀ ਸੁਰਜੀਤ ਕੁਮਾਰ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਡੇ ਬੈਠਣ ਤੇ ਯਾਤਰਾ ਕਰਨ ਦਾ ਇੰਤਜ਼ਾਮ ਵੀ ਕਰ ਦਿੱਤਾ ਹੈ। ਤੁਸੀਂ ਆਰਾਮ ਦੇ ਨਾਲ ਯਾਤਰਾ ਤੇ ਜਾਓ। ਤੁਸੀਂ ਆ ਮੇਰੀ ਟਿਕਟ ਫੜ ਲਵੋ ਤੇ ਮੇਰੀ ਹੀ ਸੀਟ ਦੇ ਉੱਤੇ ਸਫ਼ਰ ਕਰੋ। ਮੈਂ ਉਹਨਾਂ ਨੂੰ ਆਪਣੇ ਖਾਣ ਪੀਣ ਦਾ ਸਮਾਨ ਤੇ ਕੁਝ ਪੈਸੇ ਵੀ ਦਿੱਤੇ ਜੋ ਕਿ ਸਾਈਂ ਬਾਬੇ ਦੇ ਚਰਨਾਂ ਦੇ ਵਿੱਚ ਦਾਨ ਕਰਨੇ ਸੀ। ਬਜ਼ੁਰਗਾਂ ਨੂੰ ਕਿਹਾ ਕਿ ਤੁਸੀਂ ਹਜੂਰ ਸਾਹਿਬ ਜਾਓ, ਦਰਸ਼ਨ ਕਰੋ, ਆਪਣੀ ਵਾਈਫ ਦੀ ਇੱਛਾ ਪੂਰੀ ਕਰੋ, ਕਿਉਂਕਿ ਉਹਨਾਂ ਦੀ ਪਤਨੀ ਸੀਟ ਦੇ ਉੱਤੇ ਲੇਟੀ ਹੋਈ ਸੀ ਜੋ ਕਿ ਕਾਫੀ ਖਰਾਬ ਹਾਲਤ ਦੇ ਵਿੱਚ ਸੀ। ਤੇ ਮੈਂ ਉਹਨਾਂ ਨੂੰ ਕਿਹਾ ਕਿ ਗੁਰੂ ਸਾਹਿਬ ਤੁਹਾਡੀ ਉਡੀਕ ਕਰ ਰਹੇ ਨੇ। ਮੈਂ ਉੱਥੋਂ ਆ ਗਿਆ। ਇਹ ਵੀ ਵਿਸ਼ਵਾਸ ਹੋ ਗਿਆ ਕਿ ਸਾਈਂ ਬਾਬੇ ਨੇ ਸੱਚ ਵਿੱਚ ਹੀ ਮੈਨੂੰ ਦਰਸ਼ਨ ਦਿੱਤੇ ਸੀ। ਮੈਂ ਘਰ ਆਇਆ। ਮੇਰੀ ਪਤਨੀ ਘਰ ਦੇ ਵਿੱਚ ਇਕੱਲੀ ਸੀ ਕਿਉਂਕਿ ਮੇਰੇ ਦੋਨੋਂ ਬੱਚੇ ਫੌਰਨ ਦੇ ਵਿੱਚ ਸੀ। ਮੈਂ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ। ਉਸਨੇ ਕਿਹਾ ਕਿ ਪਰਮਾਤਮਾ ਜੋ ਵੀ ਕਰਦਾ ਹੈ ਸਭ ਭਲੀ ਕਰਦਾ ਹੈ, ਉਹ ਕੁਝ ਵੀ ਗਲਤ ਨਹੀਂ ਕਰਦਾ। ਇਸ ਵਿੱਚ ਸਾਡਾ ਹੀ ਕੋਈ ਫਾਇਦਾ ਹੋਵੇਗਾ।
ਇੰਨੀ ਗੱਲ ਕਰਕੇ ਕੁਝ ਸਮੇਂ ਬਾਅਦ ਮੇਰੀ ਪਤਨੀ ਵਾਸ਼ਰੂਮ ਗਈ। ਸਮਾਂ ਕਾਫੀ ਹੋ ਗਿਆ, ਉਹ ਵਾਸ਼ਰੂਮ ਚੋਂ ਬਾਹਰ ਹੀ ਨਹੀਂ ਆਈ। ਮੈਨੂੰ ਸ਼ੱਕ ਹੋਇਆ ਤਾਂ ਮੈਂ ਉਸ ਨੂੰ ਆਵਾਜ਼ ਲਗਾਈ, ਪਰ ਕੋਈ ਜਵਾਬ ਨਹੀਂ ਆਇਆ। ਮੈਂ ਦਰਵਾਜ਼ਾ ਵੀ ਖੜਕਾਇਆ, ਪਰ ਕੋਈ ਜਵਾਬ ਨਹੀਂ ਆਇਆ। ਮੈਂ ਦਰਵਾਜ਼ਾ ਤੋੜਿਆ ਤਾਂ ਮੇਰੀ ਪਤਨੀ ਡਿੱਗੀ ਪਈ ਸੀ। ਸ਼ਾਇਦ ਉਸ ਨੂੰ ਅਟੈਕ ਆ ਚੁੱਕਿਆ ਸੀ। ਮੈਂ ਉਸ ਨੂੰ ਚੁੱਕਿਆ ਤੇ ਹਸਪੀਟਲ ਲੈ ਗਿਆ। ICU ਦੇ ਵਿੱਚ 4 ਦਿਨ ਰੱਖਿਆ ਗਿਆ, ਜਿਸ ਤੋਂ ਬਾਅਦ ਉਹ ਨਾਰਮਲ ਹੋਈ। ਡਾਕਟਰਾਂ ਨੇ ਦੱਸਿਆ ਕਿ ਜੇਕਰ ਥੋੜੀ ਵੀ ਦੇਰ ਹੋ ਜਾਂਦੀ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ। ਹੁਣ ਮੈਂ ਸੋਚਿਆ ਕਿ ਜੋ ਵੀ ਪਰਮਾਤਮਾ ਕਰਦਾ ਹੈ ਸਾਡੀ ਭਲੀ ਹੀ ਕਰਦਾ ਹੈ, ਕਿਉਂਕਿ ਜੇਕਰ ਮੈਂ ਸ਼ਿਰਡੀ ਚਲਾ ਜਾਂਦਾ ਤਾਂ ਸ਼ਾਇਦ ਉਹ ਬਜ਼ੁਰਗ ਜੋੜੇ ਦੀ ਇੱਛਾ ਵੀ ਨਾ ਪੂਰੀ ਹੁੰਦੀ ਤੇ ਇੱਥੇ ਮੇਰੀ ਪਤਨੀ ਇਸੇ ਤਰ੍ਹਾਂ ਵਾਸ਼ਰੂਮ ਦੇ ਵਿੱਚ ਪਈ ਰਹਿੰਦੀ ਤੇ 10 ਦਿਨਾਂ ਤੱਕ ਮੈਨੂੰ ਖਬਰ ਤੱਕ ਨਹੀਂ ਮਿਲਦੀ। ਸੋ ਇਸ ਤਰ੍ਹਾਂ ਪਰਮਾਤਮਾ ਨੇ ਮੇਰੀ ਪਤਨੀ ਤੇ ਉਸ ਬਜ਼ੁਰਗ ਜੋੜੇ ਦੀ ਸੁਣ ਲਈ, ਸੁਣੀ ਨਹੀਂ, ਕੋਲ ਖੜ ਕੇ ਪੂਰੀ ਕੀਤੀ। ਸੋ ਜ਼ਿੰਦਗੀ ਤੋਂ ਨਿਰਾਸ਼ ਨਾ ਹੋਵੋ, ਵਿਸ਼ਵਾਸ ਰੱਖੋ, ਪਰਮਾਤਮਾ ਕੋਲ ਆ ਕੇ ਸੁਣੇਗਾ ਤੇ ਉਹੀ ਕਰੇਗਾ ਜੋ ਤੁਹਾਡੇ ਲਈ ਸਹੀ ਹੈ।